ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਸ਼ਰੀ ਔਰ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਦੱਸ ਦਈਏ ਕਿ ਯੂਕਰੇਨ ਮਾਮਲੇ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਹੈ ਹਲਚਲ ਬਣੀ ਹੋਈ ਹੈ ਤੇ ਅਜਿਹੇ ਦੇ ਵਿੱਚ ਜਿੰਨੇ ਦੇਸ਼ਾਂ ਦੇ ਕੋਲੋਂ ਮਦਦ ਦੀ ਉਮੀਦ ਕੀਤੀ ਜਾ ਰਹੀ ਹੈ ਉਹ ਮਦਦ ਪਹੁੰਚਾ ਰਹੇ ਨੇ। ਕੈਨੇਡਾ ਦੇ ਵੱਲੋਂ ਵੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੰਨੀ ਹੋ ਸਕੇ ਯੂਕਰੇਨ ਵਾਲਿਆਂ ਲਈ ਮਦਦ ਪਹੁੰਚਾਈ ਜਾ ਸਕੇ। ਹਥਿਆਰ ਵੀ ਹੋਰ ਭੇਜੇ ਜਾ ਰਹੇ ਨੇ। ਅਪਡੇਟ ਦੇ ਉੱਤੇ ਨਜ਼ਰ ਪਾਵਾਂਗੇ। ਹਾਲ ਦੀ ਘੜੀ ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਕਰੇਨ ਦੇ ਲਈ ਹੋਰ ਮਦਦ ਭੇਜਣ ਦਾ ਕੀਤਾ ਐਲਾਨ। ਵਧੇਰੇ ਹਥਿਆਰਾਂ ਦੀ ਭੇਜੀ ਜਾ ਰਹੀ ਹੈ ਮਦਦ। ਕੈਨੇਡੀਅਨ ਬੈਂਕਾਂ ਦੀ ਰੂਸੀ ਬੈਂਕਾਂ ਦੇ ਨਾਲ ਲੈਣਦਾਰੀ ਤੇ ਲਗਾਈ ਰੋਕ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਬੰਦੀ ਦਾ ਕੀਤਾ ਐਲਾਨ। ਕੈਨੇਡਾ ਨੇ ਟਰੈਵਲ ਪਾਬੰਦੀਆਂ ਦੇ ਵਿੱਚ ਦਿੱਤੀ ਹੋਰ ਢਿੱਲ। ਯਾਤਰਾ ਕਰਦੇ ਸਮੇਂ ਪੂਰੀ ਵੈਕਸੀਨੇਸ਼ਨ ਵਾਲੇ ਲੋਕਾਂ ਲਈ ਟੈਸਟ ਨਹੀਂ ਜ਼ਰੂਰੀ, ਸਿਰਫ ਕੁਝ ਲੋਕ ਹੀ ਚੁਣੇ ਜਾਣਗੇ ਟੈਸਟ ਲਈ। ਜਿੱਥੇ ਖਬਰਾਂ ਵਿਸਥਾਰ ਦੇ ਨਾਲ ਔਰ ਸਭ ਤੋਂ ਪਹਿਲਾਂ ਅਹਿਮ ਜਾਣਕਾਰੀ ਯੂਕਰੇਨ ਨੂੰ ਲੈ ਕੇ ਦੱਸਦੀ ਹੈ ਕਿ ਇਸ ਵੇਲੇ ਕੈਨੇਡਾ ਦੇ ਵੱਲੋਂ ਜਿੰਨੀ ਸੰਭਵ ਮਦਦ ਹੋ ਸਕਦੀ ਹੈ ਯੂਕਰੇਨ ਵਾਲਿਆਂ ਲਈ ਕੀਤੀ ਜਾ ਰਹੀ ਹੈ। ਯੂਕਰੇਨ ਦੇ ਵਿੱਚ ਜੇ ਹਥਿਆਰਾਂ ਦੀ ਹੋਰ ਲੋੜ ਪਈ ਤਾਂ ਉਹ ਭੇਜਾਂਗੇ, ਗੱਲ ਪਹਿਲਾਂ ਹੀ ਕਹਿ ਦਿੱਤੀ ਗਈ ਸੀ। ਤੇ ਇਸੇ ਲਈ ਅੱਜ ਜਸਟਿਨ ਟਰੂਡੋ ਜਿਹੜੇ ਨੇ ਪ੍ਰਧਾਨ ਮੰਤਰੀ ਕੈਨੇਡਾ ਦੇ, ਉਹਨਾਂ ਨੇ ਸਾਫ਼ ਤੌਰ ਤੇ ਗੱਲ ਕਹੀ ਕਿ ਹੋਰ ਹਥਿਆਰ ਜਿਹੜੇ ਨੇ ਉਹ ਯੂਕਰੇਨ ਵਾਲਿਆਂ ਦੀ ਮਦਦ ਲਈ ਭੇਜੇ ਜਾ ਰਹੇ ਨੇ। ਅਜਿਹੇ ਦੇ ਵਿੱਚ ਹੋਰ ਸਮੱਗਰੀ ਜਿਹੜੀ ਖਾਸ ਤੌਰ ਦੇ ਉੱਤੇ ਇਸ ਵੇਲੇ ਉਹਨਾਂ ਨੂੰ ਲੋੜ ਹੈ ਉਹ ਸਮੱਗਰੀ ਵੀ ਭੇਜੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਔਰ ਬਾਰ-ਬਾਰ ਇਹੀ ਤਾਕੀਦ ਵੀ ਕੀਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਕਿ ਕੈਨੇਡਾ ਦੇ ਵੱਲੋਂ ਜਿੰਨੀ ਸੰਭਵ ਮਦਦ ਹੋ ਸਕੇ ਉਹ ਪਲ-ਪਲ ਤੇ ਯੂਕਰੇਨ ਲਈ ਕਰੇ ਜਾਵਾਂਗੇ। ਤੇ ਨਾਲ ਦੀ ਨਾਲ ਉਹ ਰੂਸ ਵੱਲੋਂ ਕੀਤੇ ਗਏ ਇਸ ਹਮਲੇ ਦੀ ਨਖੇਦੀ ਜਿਹੜੀ ਹੈ ਬਾਰ-ਬਾਰ ਹਰ ਮੰਚ ਤੋਂ ਕਰਦੇ ਦਿਖਾਈ ਦੇ ਰਹੇ ਨੇ। ਦੱਸ ਦਈਏ ਕਿ ਅਜਿਹੇ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਹਮਲੇ ਵਿਚਾਲੇ ਯੂਕਰੇਨ ਦੀ ਮਦਦ ਲਈ ਕੁਝ ਹਥਿਆਰ ਭੇਜੇ ਜਾ ਰਹੇ ਨੇ। ਇਸ ਦੇ ਵਿੱਚ ਐਂਟੀ ਟੈਂਕ ਹਥਿਆਰ ਵੀ ਸ਼ਾਮਿਲ ਨੇ। ਉਹਨਾਂ ਕਿਹਾ ਕਿ ਸਾਰਾ ਯੂਕਰੇਨ ਵਿਸ਼ਵ ਯੂਕਰੇਨ ਦੀ ਜਿਹੜੀ ਰੈਜ਼ਿਸਟੈਂਸ ਤੋਂ ਪ੍ਰੇਰਿਤ ਹੈ। ਯੂਕਰੇਨ ਲਈ ਬੋਡੀ ਆਰਮਰ ਤੇ ਨਾਈਟ ਵਿਜ਼ਨ ਗੋਗਲਸ ਜਿਹੇ ਹਥਿਆਰ ਪਹਿਲਾਂ ਹੀ ਯੂਕਰੇਨ ਭੇਜੇ ਜਾ ਰਹੇ ਨੇ। ਟਰੂਡੋ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਰੂਸ ਨੂੰ ਸਵਿਫਟ ਪੇਮੈਂਟ ਸਿਸਟਮ ਤੋਂ ਬਾਹਰ ਕਰਨ ਦੇ ਫੈਸਲੇ ਤੋਂ ਬਾਅਦ ਅੱਜ ਰੂਸ ਦੇ ਕੇਂਦਰੀ ਬੈਂਕ ਨੂੰ ਵੀ ਝਟਕਾ ਦਿੱਤਾ ਗਿਆ ਹੈ। ਇਸ ਬੈਂਕ ਦੇ ਕੌਮਾਂਤਰੀ ਰਿਜ਼ਰਵ ਫ੍ਰੀਜ਼ ਕਰ ਦਿੱਤੇ ਗਏ ਨੇ। ਟਰੂਡੋ ਨੇ ਕਿਹਾ ਹੈ ਕਿ CRTC ਨੂੰ ਵੀ ਨਿਰਦੇਸ਼ ਦਿੱਤੇ ਗਏ ਨੇ ਕਿ ਦੇਸ਼ ਦੇ ਵਿੱਚ ਰੂਸ ਦੇ ਨੈਟਵਰਕ RT ਯਾਨੀ ਕਿ ਰਸ਼ੀਆ ਟੁਡੇ ਤੇ ਰੋਕ ਲਗਾਈ ਜਾਏ। ਦੂਜੇ ਪਾਸੇ ਬੈਲਾਰੂਸ ਦੇ ਵਿੱਚ ਯੂਕਰੇਨੀ ਤੇ ਰੂਸੀ ਨੁਮਾਇੰਦਿਆਂ ਦੇ ਵਿਚਕਾਰ ਅਮਨ ਸ਼ਾਂਤੀ ਨੂੰ ਲੈ ਕੇ ਗੱਲਬਾਤ ਵੀ ਹੋਈ ਹੈ। ਯੂਕਰੇਨ ਫੌਰਨ ਜੰਗਬੰਦੀ ਦੀ ਮੰਗ ਕਰਦਿਆਂ ਰੂਸੀ ਫੌਜੀਆਂ ਨੂੰ ਵਾਪਸ ਜਾਣ ਲਈ ਕਹਿ ਰਿਹਾ ਹੈ। ਯੂਕਰੇਨ ਦੇ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਸਮੇਤ 6ਵੀਂ ਉਡਾਨ ਹੰਗਰੀ ਤੋਂ ਭਾਰਤ ਪਹੁੰਚੀ। ਹੁਣ ਤੱਕ 1400 ਨਾਗਰਿਕ ਦੇਸ਼ ਆ ਚੁੱਕੇ ਨੇ। ਭਾਰਤ ਨੇ ਯੂਕਰੇਨ ਨੂੰ ਦਵਾਈਆਂ ਸਮੇਤ ਹੋਰ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ। ਰੂਸ ਨੇ 36 ਦੇਸ਼ਾਂ ਦੀਆਂ ਉਡਾਨਾਂ ਉੱਤੇ ਪਾਬੰਦੀ ਲਗਾ ਦਿੱਤੀ ਹੈ। ਸੰਯੁਕਤ ਰਾਸ਼ਟਰ ਮੁਤਾਬਕ 4.2 ਲੱਖ ਲੋਕ ਯੂਕਰੇਨ ਛੱਡ ਕੇ ਜਾ ਰਹੇ ਨੇ। ਕੀਵ ਤੇ ਖਾਰਕਿਵ ਵਿਖੇ ਵੀ ਕਈ ਧਮਾਕੇ ਹੋਏ ਨੇ ਤੇ ਚਹਰਨਹੀਵ ਸ਼ਹਿਰ ਉੱਪਰ ਮਿਜ਼ਾਈਲ ਦੇ ਨਾਲ ਹਮਲਾ ਹੋਇਆ ਹੈ। ਇਸ ਵੇਲੇ ਪਲ-ਪਲ ਦਾ ਜਿਹੜਾ ਅਪਡੇਟ ਹੈ ਉਹ ਸਾਹਮਣੇ ਆ ਰਿਹਾ ਹੈ। ਅਜਿਹੇ ਦੇ ਵਿੱਚ ਜਿਹੜੇ ਰਾਸ਼ਟਰਪਤੀ ਹੈਗੇ ਨੇ ਤੇ ਹੋਰ ਨੁਮਾਇੰਦੇ ਜਿਹੜੇ ਹੈਗੇ ਨੇ ਸਿਆਸਤਦਾਨ ਉਹ ਲਗਾਤਾਰ ਯੂਕਰੇਨ ਦੇ ਵਿੱਚ ਜੁਟੇ ਹੋਏ ਨੇ ਤੇ ਉਹਨਾਂ ਨੇ ਖੁਦ ਹਥਿਆਰ ਚੱਕੇ ਹੋਏ ਨੇ ਤੇ ਉੱਥੋਂ ਦੇ ਜਿਹੜੇ ਸਿਵੀਲੀਅਨ ਨੇ ਯਾਨੀ ਕਿ ਜਿਹੜੇ ਸਥਾਨਕ ਵਾਸੀ ਨੇ ਉਹਨਾਂ ਨੇ ਵੀ ਹਥਿਆਰ ਚੁੱਕ ਲਏ ਨੇ। ਉਹਨਾਂ ਕਿਹਾ ਕਿ ਅਸੀਂ ਰੂਸ ਦਾ ਡਟ ਕੇ ਜਿਹੜਾ ਮੁਕਾਬਲਾ ਕਰਾਂਗੇ। ਉਧਰ ਕੈਨੇਡੀਅਨ ਵਿੱਤੀ ਸੰਸਥਾਵਾਂ ਨੂੰ ਰੂਸ ਦੇ ਕੇਂਦਰੀ ਬੈਂਕ ਦੇ ਨਾਲ ਕੋਈ ਵੀ ਸੰਪਰਕ ਕਰਨ, ਕੋਈ ਵੀ ਜਿਹੜੀ ਹੈ ਲੈਣ ਦੇਣ ਜਿਹੜਾ ਉਹ ਨਾ ਕਰਨ ਦੇ ਉੱਤੇ ਜਿਹੜੀ ਪਾਬੰਦੀ ਲਗਾਈ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਇਸ ਗੱਲ ਦਾ ਵੀ ਜਿਹੜਾ ਪ੍ਰਗਟਾਵਾ ਕੀਤਾ ਤੇ ਉਹਨਾਂ ਕਿਹਾ ਕਿ ਇਸ ਲਈ ਕੀਤਾ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਜਿਹੜੀਆਂ ਸ਼ਕਤੀਆਂ ਦਿਖਾਈਆਂ ਜਾ ਰਹੀਆਂ ਨੇ ਰੂਸ ਦੇ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਉਹਨਾਂ ਨੂੰ ਨਾਕਾਮ ਕੀਤਾ ਜਾ ਸਕੇ। ਇਸ ਦੇ ਨਾਲ ਹੀ ਵਲਾਦੀਮੀਰ ਪੁਤਿਨ ਦੇ ਵੱਲੋਂ ਜਿਸ ਤਰੀਕੇ ਨਾਲ ਆਪਣੇ ਪਸੰਦੀਦਾ ਹਮਲਾ ਚੁਣਿਆ ਗਿਆ ਹੈ ਉਹਨਾਂ ਸ਼ਕਤੀਆਂ ਨੂੰ ਵੀ ਸਮਰਥਨ ਨਾ ਦੇਣ ਦੇ ਵਜੋਂ ਟਰੂਡੋ ਦੇ ਵੱਲੋਂ ਜਿਹੜਾ ਇਹ ਕਦਮ ਚੁੱਕਿਆ ਗਿਆ ਤੇ ਬੈਂਕ ਜਿਹੜੇ ਕੈਨੇਡੀਅਨ ਸੰਸਥਾਵਾਂ ਹੈਗੀਆਂ ਨੇ, ਕੈਨੇਡੀਅਨ ਬੈਂਕ ਹੈਗੇ ਨੇ, ਉਹਨਾਂ ਨੂੰ ਰੂਸ ਦੇ ਜਿਹੜੇ ਕੇਂਦਰੀ ਬੈਂਕ ਦੇ ਨਾਲ ਹੈ ਉਸ ਦੇ ਉੱਤੇ ਕੋਈ ਲੈਣਦਾਰੀ ਦੇ ਨਾਲ ਸੰਪਰਕ ਰੱਖਣ ਦੇ ਨਾਲ ਜਿਹੜਾ ਉਹ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਫੈਡਰਲ ਸਰਕਾਰ ਨੇ ਕੈਨੇਡੀਅਨ ਵਿੱਤੀ ਸੰਸਥਾਵਾਂ ਨੂੰ ਰੂਸੀ ਕੇਂਦਰੀ ਬੈਂਕ ਦੇ ਨਾਲ ਕਿਸੇ ਵੀ ਲੈਣ ਦੇਣ ਤੇ ਪਾਬੰਦੀ ਲਗਾ ਦਿੱਤੀ ਹੈ। ਪਿਛਲੇ ਹਫ਼ਤੇ ਦੇਸ਼ ਦੇ ਵੱਲੋਂ ਯੂਕਰੇਨ ਤੇ ਹਮਲਾ ਕਰਨ ਤੋਂ ਬਾਅਦ ਰੂਸ ਦੇ ਖਿਲਾਫ ਪਾਬੰਦੀਆਂ ਦਾ ਇਹ ਤਾਜ਼ਾ ਦੌਰ ਹੈ ਤੇ ਰੂਸ ਦੀ ਇਸ ਹਮਲੇ ਨੂੰ ਵਿੱਤ ਦੇਣ ਦੀ ਸਮਰੱਥਾ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਸਦਕਾ ਹੈ। ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਤੁਰੰਤ ਪ੍ਰਭਾਵੀ ਸਾਰੀਆਂ ਕੈਨੇਡੀਅਨ ਵਿੱਤੀ ਸੰਸਥਾਵਾਂ ਨੂੰ ਰੂਸੀ ਕੇਂਦਰੀ ਬੈਂਕ ਨਾਲ ਕਿਸੇ ਕਿਸਮ ਦਾ ਲੈਣ ਦੇਣ ਵਿੱਚ ਸ਼ਾਮਿਲ ਹੋਣ ਦੀ ਮਨਾਹੀ ਕੀਤੀ ਗਈ ਹੈ। ਫਰੀਲੈਂਡ ਨੇ
ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਕੈਨੇਡਾ ਤੇ ਇਸ ਦੇ ਸਹਿਯੋਗੀ ਇਹ ਯਕੀਨੀ ਬਣਾਉਣ ਲਈ ਠੋਸ ਕਾਰਵਾਈ ਕਰਦੇ ਰਹਿੰਦੇ ਨੇ ਕਿ ਯੂਕਰੇਨ ਦੇ ਉੱਤੇ ਰੂਸ ਦਾ ਹਮਲਾ ਇੱਕ ਰਣਨੀਤਿਕ ਅਸਫਲਤਾ ਹੋਵੇਗੀ। ਇਸ ਪੈਮਾਨੇ ਤੇ ਅਜਿਹਾ ਪਹਿਲਾਂ ਕਦੇ ਨਹੀਂ ਕੀਤਾ ਗਿਆ ਸੀ। ਅੱਜ ਅਸੀਂ ਰੂਸ ਦੇ ਕੇਂਦਰੀ ਬੈਂਕ ਤੇ ਸਿੱਧੇ ਤੌਰ ਤੇ ਨਿੰਦਾ ਕਰਕੇ ਇਤਿਹਾਸਕ ਕਦਮ ਚੁੱਕ ਰਹੇ ਹਾਂ। ਇਸ ਤੋਂ ਇਲਾਵਾ ਕੈਨੇਡਾ ਨੇ ਸੰਪत्ति ਫਰੀਜ਼ ਤੇ ਰੂਸੀ ਸੰਪत्ति ਫੰਡਾਂ ਤੇ ਸੌਦੇਬਾਜ਼ੀ ਦੀ ਪਾਬੰਦੀ ਲਗਾ ਦਿੱਤੀ ਹੈ। ਫੈਡਰਲ ਸਰਕਾਰ ਨੇ ਪਹਿਲਾਂ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਵਿਅਕਤੀਗਤ ਬੈਂਕਾਂ ਸਮੇਤ ਰੂਸੀ ਏਜੰਟਸ ਤੇ ਸਿਆਸਤਦਾਨਾਂ ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਦੇ ਵਿੱਚ ਵਿਦੇਸ਼ ਮੰਤਰਾਲਿਆਂ ਦੇ ਮੰਤਰੀ ਮੈਲਨੀ ਜੋਲੀ ਨੇ ਕਿਹਾ ਹੈ ਕਿ ਰੂਸ ਨੇ ਆਪਣੇ ਹਮਲੇ ਤੋਂ ਪਹਿਲਾਂ ਦੁਨੀਆ ਦੇ ਨਾਲ ਝੂਠ ਬੋਲਿਆ। ਉਹਨਾਂ ਕਿਹਾ ਕਿ ਉਹ ਝੂਠੀ ਬਿਆਨਬਾਜ਼ੀ ਕਰਕੇ ਮਨੁੱਖੀ ਅਧਿਕਾਰਾਂ ਦੇ ਸਿਧਾਂਤਾਂ ਦੇ ਨਾਲ ਛੇੜਛਾੜ ਕਰਨ ਤੇ ਉਹਨਾਂ ਦੀ ਗੈਰ ਕਾਨੂੰਨੀ ਤੇ ਨਾਜਾਇਜ਼ ਹਿੰਸਾ ਦਾ ਸਮਰਥਨ ਕਰਨ ਦੀ ਕੋਸ਼ਿਸ਼ ਕਰਕੇ ਆਪਣੀ ਲੜਾਈ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਜੋਲੀ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਿੱਛੇ ਮੁੜ ਕੇ ਇਹ ਦੇਖਣਗੀਆਂ ਕਿ ਇਸ ਹਮਲੇ ਤੇ ਕਿਵੇਂ ਪ੍ਰਤੀਕਿਰਿਆ ਕਿਸਨੇ ਦਿੱਤੀ। ਰੂਸ ਨੂੰ ਸਜ਼ਾ ਦੇਣ ਤੋਂ ਇਲਾਵਾ ਕੈਨੇਡਾ ਨੇ ਯੂਕਰੇਨ ਨੂੰ ਘਾਤਕ ਤੇ ਗੈਰ ਘਾਤਕ ਫੌਜੀ ਸਾਜ਼ੋ ਸਮਾਨ ਭੇਜਿਆ ਹੈ। ਯੂਕਰੇਨ ਤੇ ਰੂਸ ਦੇ ਹਮਲੇ ਨੂੰ ਲੈ ਕੇ ਹਾਲ ਹੀ ਦੇ ਦਿਨਾਂ ਦੇ ਵਿੱਚ ਲਗਾਈਆਂ ਪਾਬੰਦੀਆਂ ਦੇ ਕਈ ਦੌਰ ਤੋਂ ਬਾਅਦ ਸੋਮਵਾਰ ਨੂੰ ਬਾਜ਼ਾਰ ਖੁੱਲ੍ਹਣ ਨਾਲ ਰੂਸੀ ਮੁਦਰਾ ਅਮਰੀਕੀ ਡਾਲਰ ਦੇ ਮੁਕਾਬਲੇ ਡਿੱਗ ਗਈ ਹੈ। ਹੁਣ ਤੱਕ ਇਹ ਗਿਰਾਵਟ ਅਮਰੀਕੀ ਡਾਲਰ ਦੇ ਮੁਕਾਬਲੇ ਰੂਸੀ ਮੁਦਰਾ ਦੇ ਮੁੱਲ ਵਿੱਚ 30% ਦੀ ਗਿਰਾਵਟ ਨੂੰ ਦਰਸਾਉਂਦੀ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਅੱਗੇ ਗੱਲ ਕਰ ਲੈਂਦੇ ਹਾਂ ਕੈਨੇਡਾ ਦੇ ਵਿੱਚ ਯਾਤਰਾ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਗਈ ਹੈ। ਇਸ ਢਿੱਲ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਤਾਂ ਫੁੱਲੀ ਵੈਕਸੀਨੇਟਡ ਹੈਗੇ ਨੇ ਉਹ ਆਰਾਮ ਦੇ ਨਾਲ ਆ ਸਕਦੇ ਨੇ ਤੇ ਉਹਨਾਂ ਨੂੰ ਟੈਸਟ ਦੀ ਲੋੜ ਨਹੀਂ ਪਏਗੀ, ਪਰ ਜੇ ਉਹਨਾਂ ਦੇ ਵਿੱਚੋਂ ਕੁਝ ਜਿਹੜੇ ਟੈਸਟ ਲਈ ਚੁਣੇ ਜਾਂਦੇ ਨੇ ਉਹਨਾਂ ਨੂੰ ਇੰਤਜ਼ਾਰ ਜ਼ਰੂਰ ਕਰਨਾ ਪੈ ਸਕਦਾ ਹੈ। ਨਾਲ ਦੀ ਨਾਲ ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਲਗਾਈ ਉਹਨਾਂ ਵਾਸਤੇ ਨਿਯਮ ਜਿਉਂ ਦੇ ਤਿਉਂ ਰਹਿਣਗੇ, ਯਾਨੀ ਕਿ ਉਹਨਾਂ ਨੂੰ ਕੁਆਰੰਟੀਨ ਵੀ ਕਰਨਾ ਪਏਗਾ ਤੇ ਉਹਨਾਂ ਲਈ ਟੈਸਟ ਵੀ ਜਿਹੜਾ ਉਹ ਲਾਜ਼ਮੀ ਹੋਏਗਾ। ਜਿਹੜੇ ਬੱਚਿਆਂ ਦੇ ਨਾਲ ਵੀ ਆਉਂਦੇ ਨੇ ਜਿਨ੍ਹਾਂ ਨੂੰ ਖਾਸ ਤੌਰ ਦੇ ਉੱਤੇ ਕਿਸੇ ਵੀ ਹੋਰ ਸੰਸਥਾਵਾਂ ਦੇ ਵਿੱਚ ਜਾ ਕੇ ਕੁਆਰੰਟੀਨ ਹੋਣਾ ਪੈ ਰਿਹਾ ਸੀਗਾ ਜਾਂ ਕੇਅਰ ਹੋਮ ਜਿਹੜੇ ਸੀਗੇ ਉੱਥੇ ਰਹਿਣਾ ਪੈ ਰਿਹਾ ਸੀਗਾ, ਉਹਨਾਂ ਤੋਂ ਵੀ ਇਹ ਮਨਾਹੀ ਹਟ ਚੁੱਕੀ ਹੈ ਜੇ ਉਹ ਫੁੱਲੀ ਵੈਕਸੀਨੇਟਡ ਨੇ। ਸੋ ਅਜਿਹੀਆਂ ਪਾਬੰਦੀਆਂ ਦੇ ਵਿੱਚ ਢਿੱਲ ਜਿਹੜੀ ਹੈ ਉਹ ਲਾਗੂ ਹੁਣ ਹੋ ਚੁੱਕੀ ਹੈ ਅੱਜ ਤੋਂ, ਯਾਨੀ ਕਿ ਜਿਹੜੇ ਯਾਤਰੀ ਯਾਤਰਾ ਕਰਨਗੇ ਕੈਨੇਡਾ ਆਉਣ ਦੇ ਲਈ ਤੇ ਉਹਨਾਂ ਵਾਸਤੇ ਇਹ ਨਿਯਮ ਜਿਹੜੇ ਤੈਅ ਕੀਤੇ ਗਏ ਨੇ। ਵਿਸਥਾਰ ਦੇ ਨਾਲ ਰਿਪੋਰਟ ਤੇ ਨਜ਼ਰ ਪਾਉਂਦੇ ਹਾਂ। ਕੈਨੇਡਾ ਵਿੱਚ ਆਉਣ ਵਾਲੇ ਟੀਕਾਕਰਨ ਵਾਲੇ ਯਾਤਰੀਆਂ ਲਈ ਇਸ ਹਫ਼ਤੇ ਨਵੇਂ ਨਿਯਮ ਲਾਗੂ ਹੋਣਗੇ ਕਿਉਂਕਿ ਫੈਡਰਲ ਸਰਕਾਰ ਨੇ ਮਹਾਮਾਰੀ ਸੰਬੰਧੀ ਯਾਤਰਾ ਪਾਬੰਦੀਆਂ ਨੂੰ ਹੋਰ ਸੌਖਾ ਕਰ ਦਿੱਤਾ ਹੈ। ਸੋਮਵਾਰ ਤੱਕ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਟੀਕਾਕਰਨ ਲਗਾਇਆ ਗਿਆ ਉਹਨਾਂ ਦੀ ਆਮਦ ਤੇ ਜਾਂਚ ਲਈ ਬੇਤਰਤੀਬੇ ਤੌਰ ਤੇ ਚੋਣ ਕੀਤੀ ਜਾਵੇਗੀ ਤੇ ਵਿਅਕਤੀਆਂ ਦੇ ਕੋਲ ਆਪਣੀ ਨਿਰਧਾਰਤ ਉਡਾਨ ਤੋਂ ਇੱਕ ਦਿਨ ਪਹਿਲਾਂ ਲਏ ਗਏ ਤੇਜ਼ ਐਂਟੀਜਨ ਟੈਸਟ ਦੇ ਨਤੀਜੇ ਦੀ ਵਰਤੋਂ ਦਾ ਵਿਕਲਪ ਹੋਏਗਾ। ਗੈਰ ਟੀਕਾਕਰਨ ਵਾਲੇ ਕੈਨੇਡੀਅਨ ਯਾਤਰੀਆਂ ਦੀ ਆਮਦ ਤੇ ਜਾਂਚ ਕੀਤੀ ਜਾਂਦੀ ਰਹੇਗੀ ਤੇ ਅਜੇ ਵੀ 14 ਦਿਨਾਂ ਲਈ ਕੁਆਰੰਟੀਨ ਦੀ ਲੋੜ ਹੈ। ਕੁਆਰੰਟੀਨ ਦੇ 8ਵੇਂ ਦਿਨ ਦੁਬਾਰਾ ਟੈਸਟ ਕਰਨ ਦੀ ਲੋੜ ਹੋਵੇਗੀ। ਕੁਝ ਛੋਟਾਂ ਨੂੰ ਛੱਡ ਕੇ ਅਨਵੈਕਸੀਨੇਟਡ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਅਜੇ ਵੀ ਕੈਨੇਡਾ ਦੀ ਯਾਤਰਾ ਕਰਨ ਤੋਂ ਰੋਕਿਆ ਗਿਆ ਹੈ। ਕੈਨੇਡਾ ਆਉਣ ਵਾਲੇ ਬਿਨਾਂ ਵੈਕਸੀਨ ਵਾਲੇ ਬੱਚੇ ਜੋ ਟੀਕਾਕਰਨ ਵਾਲੇ ਬਾਲਗਾਂ ਦੇ ਨਾਲ ਯਾਤਰਾ ਕਰ ਰਹੇ ਨੇ ਉਹ 14 ਦਿਨਾਂ ਲਈ ਡੇ ਕੇਅਰ ਤੋਂ ਅਲੱਗ ਨਹੀਂ ਰਹਿਣਾ ਉਹਨਾਂ ਨੂੰ ਪਵੇਗਾ। ਯਾਤਰੀਆਂ ਨੂੰ ਹੁਣ ਯਾਤਰਾ ਤੋਂ ਪਹਿਲਾਂ ਇੱਕ ਮੋਲੀਕਿਊਲਰ PCR ਟੈਸਟ ਲੈਣ ਦੀ ਲੋੜ ਹੋਵੇਗੀ ਤੇ ਇੱਕ ਫਲਾਈਟ ਤੋਂ ਇੱਕ ਦਿਨ ਪਹਿਲਾਂ ਇੱਕ ਰੈਪਿਡ ਟੈਸਟ ਉਹ ਲੈ ਸਕਦੇ ਨੇ। ਰੈਪਿਡ ਟੈਸਟ ਲਾਜ਼ਮੀ ਤੌਰ ਤੇ ਅਧਿਕਾਰਤ ਹੋਣੇ ਚਾਹੀਦੇ ਨੇ ਤੇ ਕਿਸੇ ਲੈਬ ਜਾਂ ਹੈਲਥ ਕੇਅਰ ਇਕਾਈ ਦੇ ਵਿੱਚ ਕੀਤੇ ਜਾਣ ਦੀ ਲੋੜ ਹੈ। ਟੈਸਟ ਘਰ ਦੇ ਵਿੱਚ ਨਹੀਂ ਲਏ ਜਾ ਸਕਦੇ। ਲੋਕਾਂ ਦੇ ਕੋਲ ਅਜੇ ਵੀ ਆਪਣੀ ਉਡਾਨਾਂ ਜਾਂ ਜ਼ਮੀਨੀ ਸਰਹੱਦ ਤੇ ਪਹੁੰਚਣ ਤੋਂ 72 ਘੰਟੇ ਪਹਿਲਾਂ PCR ਟੈਸਟ ਲੈਣ ਦਾ ਵਿਕਲਪ ਹੈ। ਟਰੈਵਲ ਲਈ ਰੈਪਿਡ ਟੈਸਟ ਨੂੰ ਘਰ ਨਹੀਂ ਲਿਜਾਇਆ ਜਾ ਸਕੇਗਾ, ਸਗੋਂ ਇਸ ਨੂੰ ਉਸ ਦੇਸ਼ ਦੇ ਵੱਲੋਂ ਹੀ ਆਥੋਰਾਈਜ਼ਡ ਕੀਤਾ ਜਾਵੇਗਾ ਜਿੱਥੇ ਇਹ ਟੈਸਟ ਖਰੀਦੇ ਗਏ ਹੋਣਗੇ। ਇਹਨਾਂ ਟੈਸਟ ਨੂੰ ਲੈਬ ਜਾਂ ਹੈਲਥ ਕੇਅਰ ਐਂਟੀਟੀ ਦੇ ਵਿੱਚ ਹੀ ਜਿਹੜਾ ਉਹ ਕੀਤਾ ਜਾਏਗਾ। ਅਜੇ ਵੀ ਟਰੈਵਲਰਸ ਦੇ ਕੋਲ ਸਫ਼ਰ ਤੋਂ 72 ਘੰਟੇ ਪਹਿਲਾਂ PCR ਟੈਸਟ ਕਰਾਉਣ ਦਾ ਬਦਲ ਮੌਜੂਦ ਹੋਵੇਗਾ। ਟਰੈਵਲਰਸ ਨੂੰ ਅਜੇ ਵੀ ਕੈਨੇਡਾ ਪਹੁੰਚਣ ਤੋਂ ਪਹਿਲਾਂ ਅਰਾਈਵਕੈਨ ਐਪ ਰਾਹੀਂ ਆਪਣੀ ਵੈਕਸੀਨੇਸ਼ਨ ਦਾ ਸਬੂਤ ਤੇ ਕੁਆਰੰਟੀਨ ਪਲਾਨ ਮੁਹੱਈਆ ਕਰਨਾ ਹੋਏਗਾ। ਗੈਰ ਜ਼ਰੂਰੀ ਇੰਟਰਨੈਸ਼ਨਲ ਟਰੈਵਲ ਸੰਬੰਧੀ ਐਡਵਾਈਜ਼ਰੀ ਵੀ ਕੈਨੇਡਾ ਵੱਲੋਂ ਹਟਾ ਲਈ ਗਈ ਹੈ। ਜਿਨ੍ਹਾਂ ਵਿਦੇਸ਼ੀ ਨਾਗਰਿਕਾਂ ਦਾ ਟੀਕਾਕਰਨ ਨਹੀਂ ਹੋਇਆ ਹੋਵੇਗਾ ਕੁਝ ਰਿਆਇਤਾਂ ਦੀ ਉਹਨਾਂ ਨੂੰ ਮਨਾਹੀ ਹੋਵੇਗੀ, ਪਰ ਉਹਨਾਂ ਨੂੰ ਕੈਨੇਡਾ ਟਰੈਵਲ ਕਰਨ ਦੀ ਅਜੇ ਵੀ ਇਜਾਜ਼ਤ ਹੋਵੇਗੀ। ਦੂਜੇ ਦੇਸ਼ਾਂ ਤੋਂ ਯਾਤਰੀ ਉਡਾਨ ਹੁਣ ਸਾਰੇ ਕੈਨੇਡੀਅਨ ਹਵਾਈ ਅੱਡਿਆਂ ਤੇ ਉਤਰਨ ਦੇ ਯੋਗ ਨੇ ਜੋ ਕੌਮਾਂਤਰੀ ਯਾਤਰੀਆਂ ਨੂੰ ਪ੍ਰਾਪਤ ਕਰਨ ਲਈ ਮਨੋਨੀਤ ਕੀਤੇ ਗਏ ਨੇ। ਇੱਥੇ ਸਿਰਫ 18 ਕੈਨੇਡੀਅਨ ਹਵਾਈ ਅੱਡੇ ਕੌਮਾਂਤਰੀ ਉਡਾਨਾਂ ਨੂੰ ਸਵੀਕਾਰ ਕਰ ਰਹੇ ਸਨ, ਪਰ ਵਿੰਡਸਰ, ਲੰਡਨ, ਫੋਰਟ ਮੈਕਮਰੇ ਤੇ ਮਨਕਟੌਨ ਸਮੇਤ ਹੋਰ ਹਵਾਈ ਅੱਡੇ ਹੁਣ ਵਿਦੇਸ਼ਾਂ ਤੋਂ ਉਡਾਨਾਂ ਪ੍ਰਾਪਤ ਕਰ ਸਕਦੇ ਨੇ। ਫੈਡਰਲ ਸਰਕਾਰ ਨੇ ਕੈਨੇਡਾ ਦੇ ਵਿੱਚ ਕੋਵਿਡ-19 ਦੀ ਸਥਿਤੀ ਵਿੱਚ ਸੁਧਾਰ ਦਾ ਹਵਾਲਾ ਦਿੰਦੇ ਹੋਏ 15 ਫਰਵਰੀ ਨੂੰ ਯਾਤਰਾ ਪਾਬੰਦੀਆਂ ਨੂੰ ਸੌਖਾ ਕਰਨ ਦਾ ਐਲਾਨ ਕੀਤਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ।
ਅੱਗੇ ਮੌਸਮ ਦੇ ਮਿਜਾਜ਼ ਜਾਣ ਲੈਂਦੇ ਹਾਂ। ਮੌਸਮ ਦੇ ਮਿਜਾਜ਼ ਜਿਹੜੇ ਕਿ ਹੁਣ ਲੱਗ ਰਹੇ ਸੀਗੇ ਕਿ ਉਹਨਾਂ 'ਚ ਤਬਦੀਲੀ ਆ ਸਕਦੀ ਹੈ। ਅਜਿਹੇ ਦੇ ਵਿੱਚ ਇਹ ਹਫ਼ਤਾ ਜਿਹੜਾ ਚੜਿਆ ਉਹ ਫਿਰ ਤੋਂ ਮੀਂਹ ਦੀ ਮਾਰ ਹੇਠ ਹੀ ਰਹੇਗਾ, ਯਾਨੀ ਕਿ ਤੇਜ਼ ਮੀਂਹ ਪੈਣ ਦੀ ਮੌਸਮ ਵਿਗਿਆਨੀਆਂ ਨੇ ਜਾਣਕਾਰੀ ਦਿੱਤੀ ਹੈ। ਮੌਸਮ ਵਿਗਿਆਨੀਆਂ ਦੇ ਮੁਤਾਬਕ ਲਗਾਤਾਰ ਲੋਅਰ ਮੇਨਲੈਂਡ ਤੇ ਹੋਰ ਆਲੇ ਦੁਆਲੇ ਦੇ ਜਿਹੜੇ ਇਲਾਕੇ ਨੇ ਉਹ ਮੀਂਹ ਉੱਥੇ ਕਾਫੀ ਪੈਂਦਾ ਰਹੇਗਾ। ਅੱਜ ਸੋਮਵਾਰ ਨੂੰ ਵੀ ਜਿਹੜਾ ਕੱਲ ਰਾਤ ਤੋਂ ਲੈ ਕੇ ਕਾਫੀ ਜ਼ਿਆਦਾ ਮੀਂਹ ਜਿਹੜਾ ਦੇਖਿਆ ਗਿਆ। ਇਨਵਾਇਰਨਮੈਂਟ ਕੈਨੇਡਾ ਦੇ ਮੁਤਾਬਕ ਗ੍ਰੇਟਰ ਵਿਕਟੋਰੀਆ, ਪੂਰਬੀ ਤੇ ਪੱਛਮੀ ਵੈਨਕੂਵਰ ਆਈਲੈਂਡ ਤੇ ਲੋਅਰ ਮੇਨਲੈਂਡ ਦੇ ਨਿਵਾਸੀ ਹਫ਼ਤੇ ਦੀ ਸ਼ੁਰੂਆਤ ਮੀਂਹ ਦੇ ਨਾਲ ਕਰਨ ਦੀ ਉਮੀਦ ਕਰ ਸਕਦੇ ਨੇ। ਮੌਸਮ ਏਜੰਸੀ ਸੋਮਵਾਰ ਨੂੰ ਦਿਨ ਭਰ 50 ਤੋਂ 70 ਮਿਲੀਮੀਟਰ ਮੀਂਹ ਦੀ ਭਵਿੱਖਬਾਣੀ ਕਰ ਚੁੱਕੀ ਹੈ। ਸੋਕੇ ਤੇ ਪੋਰਟ ਰੈਨਫਰੋ ਨੂੰ ਛੱਡ ਕੇ ਜਿੱਥੇ 100 ਮਿਲੀਮੀਟਰ ਤੱਕ ਦਾ ਅਨੁਮਾਨ ਹੈ, ਇਹ ਯਾਤਰੀਆਂ ਨੂੰ ਚੇਤਾਵਨੀ ਦੇ ਰਿਹਾ ਹੈ ਕਿ ਭਾਰੀ ਮੀਂਹ ਕਾਰਨ ਹੜ੍ਹਾਂ ਤੇ ਸੜਕਾਂ ਤੇ ਪਾਣੀ ਭਰ ਸਕਦਾ ਹੈ। ਨੀਵੇਂ ਖੇਤਰਾਂ ਦੇ ਵਿੱਚ ਹੜ੍ਹ ਵਾਲੀ ਸਥਿਤੀ ਵੀ ਬਣ ਸਕਦੀ ਹੈ। ਰਿਵਰ ਕ੍ਰੇਕਸ ਨਜ਼ਦੀਕ ਜਿਹੜੇ ਨੇ ਉਹ ਵਾਸ਼ ਆਊਟ ਦਾ ਪੂਰਾ ਖਿਆਲ ਰੱਖਣਾ ਪਏਗਾ। ਮੌਸਮ ਦੀਆਂ ਚੇਤਾਵਨੀਆਂ ਦੇ ਵਿਸ਼ੇਸ਼ ਮੌਸਮ ਬਿਆਨਾਂ ਨੇ ਸੋਮਵਾਰ ਨੂੰ ਦੱਖਣੀ ਬ੍ਰਿਟਿਸ਼ ਕੋਲੰਬੀਆ ਦੇ ਬਹੁਤ ਸਾਰੇ ਹਿੱਸੇ ਨੂੰ ਕਵਰ ਕੀਤਾ, ਕਿਉਂਕਿ ਵਾਤਾਵਰਣ ਕੈਨੇਡਾ ਨੇ ਹੇਠਲੇ ਪਹਾੜੀ ਜਿਹੜੇ ਹੈ ਉਹ ਪਾਸਿਆਂ ਤੇ ਭਾਰੀ ਉਚਾਈਆਂ ਤੇ ਭਾਰੀ ਬਰਫ਼ਬਾਰੀ ਦੀ ਚੇਤਾਵਨੀ ਦਿੱਤੀ ਹੈ। ਚੇਤਾਵਨੀ ਵਿੱਚ ਸਥਾਨਕ ਹੜ੍ਹਾਂ ਤੇ ਵਾਸ਼ਆਊਟ ਦਾ ਖਤਰਾ ਸ਼ਾਮਿਲ ਹੈ। ਹਾਲਾਂਕਿ ਰਿਵਰ ਫੋਰਕਾਸਟ ਸੈਂਟਰ ਨੇ ਕਿਹਾ ਹੈ ਕਿ ਮੌਡਲਾਂ ਨੇ ਦਿਖਾਇਆ ਕਿ ਸਭ ਤੋਂ ਭਾਰੀ ਮੀਂਹ ਵਾਸ਼ਿੰਗਟਨ ਰਾਜ ਵਿੱਚ, ਯਾਨੀ ਕਿ ਸਰਹੱਦ ਦੇ ਦੱਖਣ ਵਿੱਚ ਪਵੇਗਾ। ਮੈਟਰੋ ਵੈਨਕੂਵਰ ਤੇ ਫਰੇਜ਼ਰ ਵੈਲੀ ਦੇ ਬਹੁਤੇ ਹਿੱਸੇ ਲਈ ਉੱਚ ਸਟ੍ਰੀਮ ਫਲੋ ਐਡਵਾਈਜ਼ਰੀਆਂ ਜਾਰੀ ਕੀਤੀਆਂ ਗਈਆਂ ਨੇ ਤੇ ਕੇਂਦਰ ਨੇ ਚੇਤਾਵਨੀ ਦਿੱਤੀ ਸੀ ਕਿ US ਅਧਿਕਾਰੀ ਸੰਕੇਤ ਦੇ ਰਹੇ ਸਨ ਕਿ ਨੁਕਸੈਸ ਨਦੀ ਦੇ ਅਮਰੀਕੀ ਪਾਸੇ ਮਹੱਤਵਪੂਰਨ ਹੜ੍ਹ ਆਉਣ ਦੀ ਸੰਭਾਵਨਾ ਹੈ। ਨਵੰਬਰ ਵਿੱਚ ਐਬਸਫਰਡ ਦੇ ਆਲੇ ਦੁਆਲੇ ਗੰਭੀਰ ਹੜ੍ਹਾਂ ਨਾਲ ਜੁੜਿਆ ਜਿਹੜਾ ਉਹ ਕਾਫੀ ਅਸੀਂ ਮਾਹੌਲ ਦੇਖਿਆ ਸੀ ਕਿ ਜਲ ਪ੍ਰਲੋਹ ਵਾਲਾ ਸੀਗਾ। ਰਿਵਰ ਫੋਰਕਾਸਟ ਸੈਂਟਰ ਦਾ ਕਹਿਣਾ ਹੈ ਕਿ ਇਸ ਦੇ US ਹਿੱਸੇਦਾਰਾਂ ਨੇ ਮੰਗਲਵਾਰ ਨੂੰ ਦਰਿਆਵਾਂ ਦੇ ਸਿਖਰ ਤੇ ਜਾਣ ਦੀ ਉਮੀਦ ਕੀਤੀ ਸੀ ਕਿ ਉਹ ਉੱਚ ਪੱਧਰ ਤੱਕ ਪਹੁੰਚਣਗੇ, ਜੋ ਕੈਨੇਡਾ ਦੇ ਵਿੱਚ ਵਹਿ ਸਕਦੇ ਨੇ ਤੇ ਸੁਮਸ ਨਦੀ ਦੇ ਡਰੇਨੇਜ ਨੂੰ ਹਾਵੀ ਕਰ ਸਕਦੇ ਨੇ। ਤੂਫਾਨ ਦੇ ਨਾਲ ਕਿਟਨੇ ਸਾਈਡ ਦੇ 50 ਸੈਂਟੀਮੀਟਰ ਤੱਕ ਬਰਫ਼ ਡਿੱਗਣ ਦੀ ਵੀ ਉਮੀਦ ਹੈ, ਜਦੋਂ ਕਿ ਮੌਸਮ ਦਾ ਵਿਭਾਗ ਦਾ ਇਹ ਕਹਿਣਾ ਹੈ ਕਿ ਹੋਪ ਤੇ ਮੈਰਿਟ ਦੇ ਵਿਚਕਾਰ ਕੋਕੀਹਾਲਾ ਸਮੇਤ ਹਾਈਵੇ ਦੀਆਂ ਨੀਵੀਆਂ ਉਚਾਈਆਂ ਤੇ ਮੀਂਹ ਦੇ ਵਿੱਚ ਜਿਹੜਾ ਉਹ ਬਦਲ ਦੇਖਿਆ ਜਾ ਸਕਦਾ ਹੈ। ਵਾਤਾਵਰਣ ਕੈਨੇਡਾ ਨੇ ਦੱਖਣ ਪੂਰਬੀ BC ਦੇ ਵਿੱਚ ਹਾਈਵੇ 3 ਭਾਗਾਂ ਦੇ ਨਾਲ ਯਾਤਰਾ ਬਾਰੇ ਕਿਹਾ ਕਿ ਹਾਲਾਤਾਂ ਵਿੱਚ ਸੁਧਾਰ ਹੋਣ ਤੱਕ ਗੈਰ ਜ਼ਰੂਰੀ ਜਿਹੜੀ ਯਾਤਰਾ ਹੈ ਉਹਨੂੰ ਮੁਲਤਵੀ ਕਰਨ ਬਾਰੇ ਵਿਚਾਰ ਕਰੋ। ਅੱਗੇ ਦੱਸਦੀ ਕਿ ਘਰਾਂ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਜਿਹੜਾ ਹੈ ਉਛਾਲ ਦੇਖਿਆ ਜਾ ਰਿਹਾ ਹੈ। ਇਸ ਵਾਰ ਵੀ ਕੀਮਤਾਂ ਜਿਹੜੀਆਂ ਅਸਮਾਨ ਨੂੰ ਛੂ ਰਹੀਆਂ ਨੇ। ਅਜਿਹੇ ਦੇ ਵਿੱਚ ਲੋਕ ਕਰਨ ਤੇ ਕੀ ਕਰਨ, ਕੀ ਉਹ ਇਹਨਾਂ ਦਿਨਾਂ ਦੇ ਵਿੱਚ ਘਰ ਲੈਣ ਦਾ ਸੋਚ ਵਿਚਾਰ ਕਰ ਸਕਦੇ ਨੇ ਜਾਂ ਹੋਰ ਕੀ ਵਿਕਲਪ ਚੁਣ ਸਕਦੇ ਨੇ, ਤੇ ਜੇ ਕੀਮਤਾਂ ਬਾਰੇ ਸੋਚਣ ਵੀ ਤਾਂ ਕਦੋਂ ਤੱਕ ਇਹ ਕੀਮਤਾਂ ਜਿਹੜੀਆਂ ਨੇ ਉਹ ਹੇਠਾਂ ਆ ਸਕਦੀਆਂ ਨੇ। ਇਸ ਸੰਬੰਧੀ ਗੱਲਬਾਤ ਕੀਤੀ ਸਾਡੇ ਸੀਨੀਅਰ ਪੱਤਰਕਾਰ ਜਸਕਰਨ ਸਹੋਤਾ ਨੇ ਗੁਰਵਿੰਦਰ ਸਿੰਘ ਧਾਲੀਵਾਲ ਦੇ ਨਾਲ। ਜਿਸ ਪਾਸੇ ਵੀ ਤੁਸੀਂ ਖਾਸ ਕਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਗ੍ਰੇਟਰ ਵੈਨਕੂਵਰ ਏਰੀਆ ਦੇ ਵਿੱਚ ਜਾਂ ਫਰੇਜ਼ਰ ਵੈਲੀ ਦੇ ਵਿੱਚ ਕਿਤੇ ਵੀ ਚਲੇ ਜਾਓ ਜਿੱਥੇ 4 ਪੰਜਾਬੀ ਜੁੜਦੇ ਆ, ਗੱਲ ਲਾ ਪਾ ਕੇ ਘਰਾਂ ਦੀ ਮਾਰਕੀਟ ਤੋਂ ਸ਼ੁਰੂ ਹੁੰਦੀ ਹੈ, ਇੱਥੇ ਮੁੱਕ ਜਾਂਦੀ ਹੈ। ਔਰ ਇਹ ਗੱਲ ਹੈ ਵੀ ਸੱਚੀ ਕਿ ਲੋਕਾਂ ਨੇ ਸਾਰੀ ਉਮਰ ਜੌਬ ਕਰਕੇ ਜਾਂ ਕੋਈ ਬਿਜ਼ਨਸ ਕਰਕੇ ਉਨੀ ਕਮਾਈ ਨਹੀਂ ਕੀਤੀ ਜਿੰਨੀ ਉਹਨਾਂ ਨੂੰ 1-2 ਪ੍ਰੋਪਰਟੀਆਂ ਦੇ ਵਿੱਚ ਜਿਹੜਾ ਘਰ ਲਿਆ ਸੀ ਉਹਦੇ ਵਿੱਚ ਐਕੁਇਟੀ ਬਣ ਗਈ। ਹਰੇਕ ਵਿਅਕਤੀ ਹੁਣ ਇਹ ਸੋਚ ਰਿਹਾ ਵੀ ਇਸ ਮੌਕੇ ਦਾ ਕਿਸੇ ਨਾ ਕਿਸੇ ਤਰ੍ਹਾਂ ਫਾਇਦਾ ਉਠਾਇਆ ਜਾਵੇ। ਜੇ ਤੁਹਾਡਾ ਘਰ ਜਿਹੜਾ 5 ਲੱਖ ਦਾ ਸੀਗਾ ਫ੍ਰੀ ਹੋ ਗਿਆ, ਉਹਦੇ ਤੋਂ ਬਾਅਦ ਹੁਣ ਉਹਦੀ ਕੀਮਤ 2 ਮਿਲੀਅਨ ਹੋ ਚੁੱਕੀ ਆ, ਉਹਦੇ ਵਿੱਚ $15 ਲੱਖ ਪਿਆ ਆ, ਉਹ 15 ਲੱਖ ਦੇ ਵਿੱਚੋਂ 10 ਲੱਖ ਕੱਢ ਕੇ ਕਿਤੇ ਹੋਰ ਲਿਆ ਜਾਵੇ। ਬਹੁਤੇ ਲੋਕਾਂ ਦੀ ਹਾਲਤ ਇਹ ਹੋ ਗਈ ਆ ਕਿ ਉਹ ਇੰਨੀ ਕੁ ਐਕੁਇਟੀ ਨਹੀਂ ਹੈ ਕਿ ਉਹ ਇੱਥੇ ਵੈਨਕੂਵਰ ਦੇ ਇਲਾਕੇ ਦੇ ਵਿੱਚ ਹੋਰ ਲੈ ਸਕਦੇ ਆ। ਉਹਨਾਂ ਨੇ ਐਡਮਿੰਟਨ, ਕੈਲਗਰੀ, ਅਲਬਰਟਾ ਵੱਲੋਂ ਜਾਣਾ ਜਾਂ ਇੱਥੋਂ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ। ਇਸ ਵੇਲੇ ਕੀ ਕੀਤਾ ਜਾ ਸਕਦਾ, ਕਿੱਥੇ ਇਨਵੈਸਟ ਕੀਤਾ ਜਾ ਸਕਦਾ, ਕੀ ਸਹੀ ਸਮਾਂ ਆ, ਇਹਦੇ ਬਾਰੇ ਆਪਾਂ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਹੋਣਾ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਲੋਕਾਂ ਕੋਲੇ ਐਕੁਇਟੀ ਬਣ ਗਈ, ਘਰ ਮਹਿੰਗੇ ਹੋ ਗਏ, ਲੋਕ ਜਾ ਰਹੇ ਕਹਿੰਦੇ ਐਡਮਿੰਟਨ ਜਾ ਕੇ 20,000 50,000 ਦੇ ਕੇ ਕਿਸੇ ਨਾ ਕਿਸੇ ਤਰ੍ਹਾਂ ਕੁਝ ਲੈ ਲਓ, ਫਾਇਦੇ ਰਹੋਗੇ, ਕਰਨਾ ਚਾਹੀਦਾ? ਪਹਿਲਾਂ ਧੰਨਵਾਦ ਤੁਹਾਡਾ, ਸਮੂਹ ਦਰਸ਼ਕਾਂ ਦਾ ਹਾਰਦਿਕ ਸ਼ੁਕਰੀਆ। ਦਰਅਸਲ ਇੱਥੇ ਕੰਪੀਟੀਸ਼ਨ ਬਹੁਤ ਵਧਿਆ, ਜਿਹਦਾ ਨਤੀਜਾ ਇਹ ਹੋਇਆ ਕਿ ਜਦੋਂ ਇੱਕ ਪ੍ਰੋਪਰਟੀ 'ਤੇ 10-10 20-20 ਆਫਰਸ ਇਕੱਠੀਆਂ ਹੋਣ ਲੱਗ ਗਈਆਂ ਅਤੇ ਉਸ ਤੋਂ ਬਾਅਦ ਕੀਮਤਾਂ ਅਸਮਾਨ ਨੂੰ ਛੂਹਣ ਲੱਗ ਗਈਆਂ। ਇਸ ਮੌਕੇ 'ਤੇ ਵੈਸੇ ਤਾਂ ਪਹਿਲਾਂ ਹੀ ਇਹ ਚਾਹੀਦਾ ਸੀ ਕਿ ਹੋਰਨਾਂ ਸੂਬਿਆਂ ਜਿਵੇਂ ਅਲਬਰਟਾ ਹੈ ਜਾਂ ਇੱਥੋਂ BC ਦੇ ਹੀ ਬਾਕੀ ਹਿੱਸੇ ਜਿਵੇਂ ਕਲੋਨਾ ਹੈ, ਵਰਨਨ ਹੈ, ਹੋਰ ਸ਼ਹਿਰ ਨੇ, ਉੱਥੇ ਥੋੜ੍ਹਾ ਇਨਵੈਸਟਮੈਂਟ ਕੀਤਾ ਜਾਂਦਾ। ਕਈਆਂ ਨੇ ਕੀਤਾ ਵੀ ਅੱਜ ਤੋਂ ਪਿਛਲੇ 3 ਸਾਲ ਪਹਿਲਾਂ ਜਦੋਂ ਮਾਰਕੀਟ ਉੱਠਣ ਲੱਗੀ ਸੀ। ਜਿਹੜੇ ਬੰਦਿਆਂ ਨੇ ਉਦੋਂ ਇਨਵੈਸਟ ਕੀਤਾ ਅੱਜ ਉਹਨਾਂ ਨੇ ਉੱਥੇ ਵੀ ਬਹੁਤ ਵਧੀਆ ਕੁਝ ਹਾਸਲ ਕਰ ਲਿਆ। ਪਰ ਹੁਣ ਵੀ ਜਿਹੜੇ ਲੋਕ ਇਹ ਸੋਚਦੇ ਨੇ ਉਹਨਾਂ ਦੀ ਸਿਆਣਪ ਹੈ, ਕਿਉਂਕਿ ਉਹਦੇ ਨਾਲ ਕੀ ਹੋਏਗਾ ਕਿ ਇੱਥੇ ਦਾ ਮੁਕਾਬਲਾ ਵੀ ਥੋੜ੍ਹਾ ਠੁੱਲੇਗਾ, ਉਹਨੂੰ ਵੀ ਥੋੜ੍ਹਾ ਜਿਹਾ ਠਰਮਾ ਮਿਲੇਗਾ।
ਜਿੱਥੇ ਇਹ ਥੰਮੇਗਾ ਉੱਥੇ ਨਾਲ ਹੀ ਦੂਸਰੇ ਪਾਸੇ ਜਿਹੜਾ ਦੂਸਰੀਆਂ ਮਾਰਕੀਟ ਆ ਉਹਨਾਂ ਦੇ ਵਿੱਚ ਥੋੜ੍ਹਾ ਵਧੀਆਪਣ ਆਏਗਾ। ਸੋ ਮੈਨੂੰ ਲੱਗਦਾ ਕਿ ਜਿਹੜੇ ਕੈਲਗਰੀ ਵੀ ਜਾ ਰਹੇ ਨੇ ਜਾਂ ਕਲੋਨਾ ਜਾ ਰਹੇ ਨੇ ਉਹ ਇਸ ਕਰਕੇ ਸਹੀ ਫੈਸਲਾ ਲੈ ਰਹੇ ਨੇ, ਅਤੇ ਉਸ ਫੈਸਲੇ ਦਾ ਨਤੀਜਾ ਇਹ ਹੈ ਕਿ ਇੱਥੇ ਉਹੀ ਚੀਜ਼ ਜਿਹੜੀ ਅੱਜ ਤੋਂ ਸਾਲ ਪਹਿਲਾਂ 7 ਲੱਖ ਦੀ ਸੀ ਅੱਜ 12 ਲੱਖ ਦੀ ਹੋ ਚੁੱਕੀ ਹੈ। 500,000 ਕਈ ਪ੍ਰੋਪਰਟੀਜ਼ 'ਚ ਕੀਮਤ ਵੱਧ ਗਈ ਹੈ। ਅਸੀਂ ਖੁਦ ਆਪਣੇ ਕਈ ਕਲਾਇੰਟਸ ਨੂੰ ਦੇਖਿਆ ਜਿਨ੍ਹਾਂ ਨੇ ਪਹਿਲਾਂ ਜੋ ਪ੍ਰੋਪਰਟੀ ਲਈ ਕੁਛ ਮਹੀਨੇ ਪਹਿਲਾਂ 5-5 ਲੱਖ ਉੱਪਰ ਬਾਅਦ ਦੇ ਵਿੱਚ ਵੇਚੀ। ਸੋ ਇਸ ਮਾਹੌਲ ਤੋਂ ਬਚਣ ਦਾ ਇਹੀ ਤਰੀਕਾ ਕਿ ਥੋੜ੍ਹਾ ਖਿੱਲਰ ਜਾਓ, ਫੈਲ ਜਾਓ, ਅਤੇ ਇੱਕ ਥਾਂ 'ਤੇ ਸੰਕੁਚਿਤ ਹੋਣਾ ਠੀਕ ਨਹੀਂ ਹੈ। ਪਹਿਲਾਂ ਲੋਕ ਜਾਂਦੇ ਸੀ ਰਹਿਣ ਦੇ ਪੱਖ ਤੋਂ ਵੀ ਇੱਥੇ ਅਫੋਰਡੇਬਿਲਟੀ ਹੈ ਨਹੀਂ, ਲੋਕ ਅਲਬਰਟਾ 'ਚ ਜਾ ਕੇ ਰਹਿਣ ਲੱਗ ਜਾਂਦੇ ਸੀ। ਹੁਣ ਮਸਲਾ ਰਹਿਣ ਦਾ ਨਹੀਂ ਹੈ। ਜਿਹੜਾ ਸਾਲ ਪਹਿਲਾਂ ਟਾਊਨ ਹਾਊਸ 7 ਲੱਖ ਦਾ ਸੀ ਉਹ ਇਸ ਵੇਲੇ 11 ਲੱਖ ਦਾ ਹੋ ਗਿਆ। ਉਹਦੇ ਵਿੱਚੋਂ ਕੁਝ ਪੈਸੇ ਕੱਢ ਕੇ ਉਹ ਕਹਿੰਦੇ ਜੇ 10-20 ਡਾਲਰ ਕੋਲ ਹੈਗਾ ਉੱਥੇ ਜਾ ਕੇ ਇਨਵੈਸਟ ਕਰ ਦਿਓ ਜਿੱਦਾਂ ਕਿੱਦਾਂ। ਇਹ ਠੀਕ ਹੈ ਨੀਤੀ? ਉਸ ਬੰਦੇ ਲਈ ਤਾਂ ਠੀਕ ਹੈ, ਪਰ ਜਿਹੜਾ ਓਵਰਆਲ ਮਾਰਕੀਟ ਦੇ ਵਾਸਤੇ ਜਾਂ ਉਹਨੂੰ ਜਿਸ ਤਰ੍ਹਾਂ ਹੁਣ ਪ੍ਰਾਈਸ ਉੱਥੇ ਵੀ ਵਧਣਗੀਆਂ ਉਹਦੇ ਲਈ ਚਿੰਤਾ ਦਾ ਵਿਸ਼ਾ ਜ਼ਰੂਰ ਹੈ। ਪਹਿਲਾਂ ਤਾਂ ਇਹ ਚਾਹੀਦਾ ਕਿ ਆਪਣੇ ਰਹਿਣ ਯੋਗ ਤੁਹਾਡੇ ਕੋਲ ਹੈ ਚੀਜ਼ ਬਹੁਤ ਵਧੀਆ ਹੈ ਨਾ। ਦੂਸਰੇ ਲਈ ਇੰਨਾ ਔਖਾ ਨਾ ਕਰੋ, ਕਿਉਂਕਿ ਇਹ ਗਾਜ਼ ਆਮ ਕਰਕੇ ਰੈਲਟਰਸ 'ਤੇ ਡਿੱਗਦਾ। ਮੈਂ ਕਈ ਵਾਰੀ ਕਹਿੰਦਾ ਉਹਨਾਂ ਤੁਸੀਂ ਦੋਸ਼ੀ ਰੈਲਟਰ ਨੂੰ ਕਹਿੰਦੇ ਕੀਮਤਾਂ ਵੱਧ ਗਈਆਂ ਜੀ, ਤੁਸੀਂ ਜ਼ਿੰਮੇਵਾਰ ਹੋ, ਨੁਕਸਾਨ ਹੋ ਰਿਹਾ ਤੁਸੀਂ ਜ਼ਿੰਮੇਵਾਰ। ਉਦੋਂ ਇਹ ਕਹੀਦਾ ਕਿ ਜਦੋਂ ਤੁਸੀਂ ਇੰਨਾ ਜ਼ਿਆਦਾ ਫਸ ਕੇ ਇੰਨਾ ਤਿੱਖੇਪਣ ਦੇ ਵਿੱਚ ਆ ਕੇ ਵੱਧ ਤੋਂ ਵੱਧ ਆਫਰਸ ਦੇ ਕੇ ਕਿ ਸਾਨੂੰ ਚਾਹੀਦੀ ਆ ਪ੍ਰੋਪਰਟੀ ਉਸ ਵੇਲੇ ਲੈਂਦੇ ਹੋ ਤਾਂ ਅਫੋਰਡੇਬਿਲਟੀ ਜਿਹੜੀ ਆ ਤੁਹਾਡੀ ਉਨੀ ਹੈ ਨਹੀਂ, ਮੁਸ਼ਕਿਲ ਹੁੰਦੀ ਹੈ। ਪਰ ਦੂਸਰੇ ਪਾਸੇ ਜੇ ਤੁਸੀਂ ਜਿਵੇਂ ਹੁਣੇ ਤੁਸੀਂ ਇਸ਼ਾਰਾ ਕੀਤਾ ਕਈ ਆਪਣੀ ਇਕੁਇਟੀ 'ਚੋਂ ਪੈਸੇ ਕੱਢਦੇ ਨੇ ਉਹ ਲੈ ਲੈਂਦੇ ਨੇ, ਕੱਲ੍ਹ ਨੂੰ ਹੋ ਸਕਦਾ ਉਹਨਾਂ ਨੂੰ ਉੱਥੇ ਜਾਣਾ ਹੀ ਪਵੇ ਕਿਉਂਕਿ BC ਦੇ ਕੁਝ ਹਿੱਸੇ ਖਾਸ ਤੌਰ 'ਤੇ ਸਰੀ, ਐਬਸਫੋਰਡ ਇਹ ਸਾਰੇ ਹਿੱਸੇ ਸਹੂਲਤ ਹੈ ਪਰ ਕੀਮਤਾਂ ਬਹੁਤ ਵੱਧ ਗਈਆਂ ਨੇ। ਕੋਈ ਵੱਡੀ ਗੱਲ ਨਹੀਂ ਕਿ ਇੱਥੋਂ ਪਲਾਨ ਕਰਕੇ ਕੋਈ ਕਲੋਨਾ, ਕੈਮਲੂਪਸ ਜਾਂ ਕੈਲਗਰੀ ਇੱਧਰ ਨੂੰ ਚਲਿਆ ਜਾਵੇ। ਸੋ ਜਿਹੜੇ ਉੱਥੇ ਇਨਵੈਸਟ ਕਰਦੇ ਨੇ ਸਮੇਂ ਦੇ ਅਨੁਸਾਰ ਇਹ ਵੀ ਸਿਆਣਪ ਵਾਲਾ ਫੈਸਲਾ ਹੈ। ਜਿਹੜੇ ਇਹ ਸੱਚ ਹੈ ਕਿ ਹੁਣ ਟਾਊਨ ਹਾਊਸ ਹੀ 12-12 ਲੱਖ ਦੇ ਹੋ ਗਏ ਜੀ? ਸਰੀ ਦੇ ਵਿੱਚ 12 ਦੀ ਥਾਂ 'ਤੇ 14-14 ਦੇ ਵੀ ਵਿਕੇ ਨੇ। ਐਬਸਫੋਰਡ ਦੇ ਵਿੱਚ ਟਾਊਨ ਹਾਊਸ 12 ਲੱਖ ਦੇ ਵਿਕੇ ਨੇ, ਪਿਛਲੇ ਦਿਨਾਂ ਦੀ ਗੱਲ ਹੈ। ਜਿਹੜੇ ਮਾਰਕੀਟ ਦੇ ਵਿੱਚ ਜਿਹੜੇ ਚੰਗੇ ਵੱਡੇ ਘਰਾਂ ਵਰਗੇ ਕਈ ਟਾਊਨ ਹਾਊਸ ਹੁੰਦੇ ਆ ਉਹਨਾਂ ਦੀ ਗੱਲ ਮੈਂ ਕਰਦਾ, ਉਹ ਵੱਡੇ ਟਾਊਨ ਹਾਊਸ ਨੇ, ਪਰ ਆਮ ਟਾਊਨ ਹਾਊਸ ਦੀ ਕੀਮਤ ਵੀ 2 ਤੋਂ 3 ਲੱਖ ਡਾਲਰ ਇੱਕੋ ਦਮ ਵੱਧ ਗਈ ਹੈ। ਉਹਦਾ ਕਾਰਨ ਵੀ ਇਹ ਹੋ ਗਿਆ ਕਿਉਂਕਿ ਸਿੰਗਲ ਫੈਮਿਲੀ ਡਵੈਲਿੰਗ ਪਹਿਲਾਂ ਹੀ ਅਸਮਾਨ ਨੂੰ ਕੀਮਤਾਂ ਛੂਹ ਗਈਆਂ, ਬਚਿਆ ਕਿ ਟਾਊਨ ਹਾਊਸ ਅਤੇ ਅਪਾਰਟਮੈਂਟ। ਹੁਣ ਟਾਊਨ ਹਾਊਸ ਵੱਧ ਗਏ ਫਿਰ ਵਾਰੀ ਅਪਾਰਟਮੈਂਟ ਦੀ ਆਉਣੀ ਹੈ। ਪਰ ਜੇ ਹੁਣ ਖਿਲਰਨ ਲੱਗ ਗਏ ਲੋਕ ਜਾਂ ਬਾਕੀ ਥਾਵਾਂ 'ਤੇ ਇਨਵੈਸਟਮੈਂਟ ਕਰਨ ਲੱਗ ਗਏ ਜਾਂ ਪ੍ਰੀ ਸੇਲ ਦਾ ਤਰੀਕਾ ਵਰਤਣ ਲੱਗ ਗਏ ਤਾਂ ਹੋ ਸਕਦਾ ਹੈ ਕਿ ਇਹਦੀ ਰਫ਼ਤਾਰ ਜਿਹੜੀ ਹੈ ਇਹ ਡਿੱਗੇ ਚਾਹੇ ਨਾ, ਪਰ ਇੰਨੀ ਤੇਜ਼ੀ ਨਾਲ ਨਾ ਵਧੇ। ਇਸ ਦੇ ਵਿੱਚ ਕੋਈ ਥੋੜ੍ਹਾ ਜਿਹਾ ਰੋਕ ਆ ਜਾਏ, ਖੜੋਤ ਆ ਜਾਏ ਜੋ ਕਿ ਚਾਹੀਦੀ ਹੈ। ਜਿੱਥੇ ਫਿਲਹਾਲ ਰੁਕਦੇ ਹਾਂ ਤਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਜਲਦ ਹਾਜ਼ਰ ਹੁੰਦੇ ਹਾਂ ਕੁਝ ਹੋਰ ਖਾਸ ਖਬਰਾਂ ਦੇ ਨਾਲ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। ਗੱਲ ਕਰਦੇ ਹਾਂ ਇੱਕ ਅਜਿਹੇ ਸ਼ਖਸ ਦੀ ਜਿਸ ਦੇ ਸੰਬੰਧੀ ਬਹੁਤ ਸਾਰੀਆਂ ਵਾਰਦਾਤਾਂ ਸਾਹਮਣੇ ਆਈਆਂ ਨੇ। ਉਹਨਾਂ ਵਾਰਦਾਤਾਂ ਦੇ ਵਿੱਚ ਔਰਤਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਹਮਲੇ ਸ਼ਾਮਿਲ ਹੈ। 5 ਔਰਤਾਂ ਦੇ ਉੱਤੇ ਇਸ ਸ਼ਖਸ ਦੇ ਵੱਲੋਂ ਲਗਾਤਾਰ ਹਮਲੇ ਕੀਤੇ ਗਏ। ਪਾਰਕ ਦੇ ਵਿੱਚ ਜਿਹੜੇ ਲੋਕ ਸੀਗੇ ਜਿਹੜੇ ਕਿ ਜੋਗਿੰਗ ਵਗੈਰਾ ਕਰ ਰਹੇ ਸੀਗੇ, ਇਸ ਵਿਅਕਤੀ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਹਮਲਾ ਕੀਤਾ ਹੈ। ਇਹ ਜਿਵੇਂ ਹੀ ਖਬਰਾਂ ਪੁਲਿਸ ਤੱਕ ਪਹੁੰਚੀਆਂ ਤੇ ਪੁਲਿਸ ਚੁਕੰਨੀ ਹੋਈ, ਇਸ ਵਿਅਕਤੀ ਸੰਬੰਧੀ ਉਹਨਾਂ ਨੇ ਕਾਫੀ ਭਾਲ ਸ਼ੁਰੂ ਕਰ ਦਿੱਤੀ। ਖੈਰ ਇਸ ਨੂੰ ਗ੍ਰਿਫਤਾਰ ਤਾਂ ਕਰ ਲਿਆ ਗਿਆ ਹੈ। ਇਹਨਾਂ ਵਾਰਦਾਤਾਂ ਦੇ ਵਿੱਚ ਅਸੀਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜਾ ਇਹ ਵਾਰਦਾਤਾਂ ਦੀ ਰਿਪੋਰਟ ਸਾਹਮਣੇ ਆ ਰਹੀ ਸੀ। ਸ਼ਨੀਵਾਰ ਨੂੰ ਕਈ ਹਿੰਸਕ ਵਾਰਦਾਤਾਂ ਵੈਨਕੂਵਰ 'ਚ ਵਾਪਰੀਆਂ। ਵੈਨਕੂਵਰ ਪੁਲਿਸ ਵਿਭਾਗ ਨੇ ਐਤਵਾਰ ਨੂੰ ਇੱਕ ਰਿਲੀਜ਼ ਦੇ ਵਿੱਚ ਕਿਹਾ ਕਿ ਇੱਕ 38 ਸਾਲਾ ਵਿਅਕਤੀ ਤੇ ਘੱਟੋ ਘੱਟ 5 ਔਰਤਾਂ ਦੇ ਉੱਤੇ ਹਮਲਾ ਕਰਨ ਤੇ ਹਜ਼ਾਰਾਂ ਡਾਲਰਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲੱਗਿਆ ਹੈ। ਐਨਾ ਹੀ ਨਹੀਂ, ਇਹ ਘਟਨਾਵਾਂ 40 ਮਿੰਟਾਂ ਤੱਕ ਜਿਹੜੀਆਂ ਨੇ ਯਾਨੀ ਕਿ ਇਹ ਵਾਰਦਾਤਾਂ ਵਾਪਰਦੀਆਂ ਰਹੀਆਂ। VPD ਦੇ ਮੁਤਾਬਕ ਇਹ ਕਾਫੀ ਜ਼ਿਆਦਾ ਭੜਕਾਹਟ ਵਾਲੇ ਹਮਲੇ ਸਨ ਜੋ ਭਿਆਨਕ ਸਨ। ਜਾਂਚਕਰਤਾਵਾਂ ਨੇ ਕਿਹਾ ਕਿ ਸਾਡੇ ਕੋਲ ਇਸ ਸਮੇਂ 5 ਪੀੜਤ ਨੇ। ਜੇਕਰ ਕੋਈ ਹੋਰ ਇਸ ਦਾ ਸ਼ਿਕਾਰ ਹੋਇਆ ਤਾਂ ਉਹ ਵੀ ਅੱਗੇ ਆਓ ਤੇ ਸਾਨੂੰ ਜਾਣਕਾਰੀ ਦਿਓ। ਪੁਲਿਸ ਘਟਨਾ ਦੇ ਗਵਾਹਾਂ ਤੇ ਡੈਸ਼ਕੈਮ ਜਾਂ ਫਿਰ ਸੈੱਲਫੋਨ ਵੀਡੀਓ ਵਾਲੇ ਲੋਕਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕਰ ਰਹੀ ਹੈ ਕਿਉਂਕਿ ਉਸ ਵੇਲੇ ਇਹ ਮੰਨਿਆ ਜਾ ਰਿਹਾ ਕਿ ਜਿਸ ਵੇਲੇ ਹਮਲੇ ਹੋ ਰਹੇ ਸੀ ਜਾਂ ਇਹ ਵਿਅਕਤੀ ਜੋ ਹਰਕਤਾਂ ਕਰ ਰਿਹਾ ਸੀ ਤੇ ਕਾਫੀ ਸਾਰੇ ਲੋਕਾਂ ਨੇ ਵੀਡੀਓ ਜਿਹੜੀਆਂ ਨੇ ਉਹ ਬਣਾਈਆਂ ਨੇ। ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਨੂੰ ਘਟਨਾਵਾਂ ਬਾਰੇ ਕਾਲਾਂ ਆਉਣੀਆਂ ਸ਼ੁਰੂ ਹੋਈਆਂ। ਓਕ ਸਟਰੀਟ ਤੇ ਵੈਸਟ ਬ੍ਰੌਡਵੇ ਦੇ ਇਲਾਕੇ ਦੇ ਵਿੱਚ ਵੈਨਕੂਵਰ ਜਨਰਲ ਹਸਪਤਾਲ ਦੇ ਕੋਲ ਇੱਕ ਵਿਅਕਤੀ ਕਿਸੇ ਪ੍ਰਾਪਰਟੀ ਤੇ ਭੰਨਤੋੜ ਕਰ ਰਿਹਾ ਸੀ ਜਦੋਂ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਕਾਲ ਗਈ। ਇਸ ਤੋਂ ਬਾਅਦ ਕਰੀਬ 30 ਮਿੰਟ ਬਾਅਦ ਸ਼ੱਕੀ ਨੇ ਇੱਕ ਅਪਾਰਟਮੈਂਟ ਇਮਾਰਤ ਦੇ ਕੋਲ ਕੁਝ ਜੋਗਿੰਗ ਕਰਦੇ ਲੋਕਾਂ ਦਾ ਪਿੱਛਾ ਕੀਤਾ। ਇੰਨਾ ਹੀ ਨਹੀਂ, ਇਸ ਵਿਅਕਤੀ ਨੇ ਕਈ
ਕਈ ਬੱਸ ਦੇ ਵਿੱਚ ਬੈਠੀਆਂ ਔਰਤਾਂ ਦੇ ਵੱਲ ਗਨ ਚਲਾਉਣ ਵਰਗੇ ਇਸ਼ਾਰੇ ਵੀ ਕੀਤੇ। ਇਹ ਲੋਕ ਇੱਕ ਇਮਾਰਤ ਦੇ ਵਿੱਚ ਦਾਖਲ ਹੋ ਗਏ ਤੇ ਇਮਾਰਤ ਦਾ ਦਰਵਾਜ਼ਾ ਭੰਨ ਕੇ ਅੰਦਰ ਵੜ ਗਿਆ। ਸ਼ੱਕੀ ਨੇ ਇੱਕ ਔਰਤ ਨੂੰ ਘੇਰਿਆ, ਉਸ ਤੋਂ ਕੁਝ ਚੀਜ਼ਾਂ ਮੰਗੀਆਂ, ਜਿਸ ਦੇ ਵਿੱਚ ਫੋਨ ਵੀ ਉਸਨੇ ਮੰਗਿਆ। ਇਸ ਤੋਂ ਬਾਅਦ ਸਟਰੀਟ ਤੇ ਜਾਂਦੀ ਇੱਕ 25 ਸਾਲਾ ਔਰਤ ਦੇ ਵਾਲਾਂ ਤੋਂ ਉਸਨੇ ਉਸਨੂੰ ਫੜਿਆ ਤੇ ਉਸਨੂੰ ਪਟਕ ਕੇ ਸੁੱਟ ਦਿੱਤਾ ਤੇ ਉਸਦੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਸਾਰੇ ਕਾਰਨਾਮੇ ਤੋਂ ਬਾਅਦ ਸ਼ੱਕੀ ਨੂੰ ਕਾਬੂ ਤਾਂ ਕਰ ਲਿਆ ਗਿਆ, ਪਰ ਉਸਦੇ ਕੁਝ ਸੱਟਾਂ ਵੱਜੀਆਂ ਨੇ, ਜਿਸ ਕਾਰਨ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਹੁਣ ਉਹ ਜੇਲ੍ਹ ਦੇ ਵਿੱਚ ਹੈ। ਵਿਅਕਤੀ ਦੇ ਮਾਨਸਿਕ ਹਾਲਤ ਠੀਕ ਨਾ ਹੋਣ ਦੀ ਗੱਲ ਸਾਹਮਣੇ ਆਈ ਹੈ, ਜਿਸ ਦੇ ਵਿੱਚ ਪੁਲਿਸ ਦਾ ਤਾਂ ਇਹ ਮੰਨਣਾ ਹੈ ਕਿ ਵਿਅਕਤੀ ਸਾਈਕੋਸਿਸ ਤੋਂ ਪੀੜਤ ਸੀ। ਜੇ ਕੋਈ ਕੁਝ ਹੋਰ ਇਸ ਘਟਨਾ ਸੰਬੰਧੀ ਜਾਣਦਾ ਹੈ ਤਾਂ ਉਹ 6047174021 ਤੇ ਸੰਪਰਕ ਕਰ ਸਕਦਾ ਹੈ। ਜੀ ਅੱਗੇ ਦੇਖਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਐਡਮਿੰਟਨ ਤੋਂ ਇੱਕ ਖਾਸ ਅਪਡੇਟ। ਅਲਬਰਟਾ ਦੇ ਵਿੱਚ ਪਿਛਲੇ ਵੀਰਵਾਰ ਬਜਟ ਜਿਹੜਾ ਜੀ ਪੇਸ਼ ਕੀਤਾ ਗਿਆ ਔਰ ਪਹਿਲੀ ਵਾਰੀ ਹੋਇਆ ਪਿਛਲੇ ਕੁਝ ਸਾਲਾਂ 'ਚ। ਅੱਗੇ ਤਾਂ ਡੈਫੀਸਿਟ 'ਚ ਹੀ ਜਾ ਰਿਹਾ ਸੀਗਾ ਕੰਮ, ਤੇ ਹੁਣ ਉਹ ਸਰਪਲਸ ਦੇ ਵਿੱਚ ਬਜਟ ਆਇਆ ਔਰ ਉਹਦੇ 'ਚ ਖਾਸ ਤੌਰ ਤੇ ਜਿਹੜਾ ਹਿੱਸਾ ਹੈਗਾ ਉਹ ਗੈਸ ਤੇ ਆਇਲ ਦੀ ਜਿਹੜੀ ਰਾਇਲਟੀ ਆ, ਉਹ ਇੱਕ ਕਿਸਮ ਦਾ ਨਾ ਜਿਹੜੇ ਸਰਕਾਰੀ ਖਜ਼ਾਨੇ ਆ ਉਹਦੇ ਵਿੱਚ ਹੜ ਅੰਗ ਪੈਸਾ ਤੁਰਿਆ ਆ ਰਿਹਾ ਇਸ ਵੇਲੇ, ਜਿਹਦਾ ਕਰਕੇ ਇਹ ਬਜਟ ਸਰਪਲਸ ਵਿੱਚ ਜਾ ਰਿਹਾ। ਪਰ ਸਰਕਾਰ ਕਹਿੰਦੀ ਆ ਸਾਡੀ ਜੀ ਜਿਹੜੀ ਖਰਚੇ 'ਤੇ ਬੜੀ ਰੋਕ ਲਾਈ ਆ, ਇਨਵੈਸਟਮੈਂਟ ਨਵੀਂ ਆ ਰਹੀ ਆ ਅਤੇ ਲੋਕਾਂ ਦੀ ਇਨਕਮ ਵਧੀ ਆ, ਜਿਹਦਾ ਕਰਕੇ ਸਾਡਾ ਜਿਹੜਾ ਇਨਕਮ ਵੱਧ ਗਈ ਆ। ਅਤੇ ਮੇਰੇ ਨਾਲ ਇਸ ਵੇਲੇ ਜਸਵੀਰ ਸਿੰਘ ਦਿਓਲ ਜਿਹੜੇ NDP ਦੇ MLA ਨੇ ਇੱਥੋਂ ਐਡਮਿੰਟਨ ਮੈਡੋਜ਼ ਤੋਂ, ਉਹਨਾਂ ਤੋਂ ਪੁੱਛਦੇ ਹਾਂ ਕਿ ਇਹ ਜਿਹੜਾ ਬਜਟ ਆ ਜਿਹੜਾ UCP ਸਰਕਾਰ ਨੇ ਪੇਸ਼ ਕੀਤਾ, ਇਹ ਆਉਣ ਵਾਲੀਆਂ ਇਲੈਕਸ਼ਨਾਂ ਤੋਂ ਪਹਿਲਾਂ ਕੀ ਇਹ ਲੋਕਾਂ ਨੂੰ ਖੁਸ਼ ਕਰਨ ਵਾਲਾ ਬਜਟ ਆ ਕਿ ਜਾਂ ਜਿਹੜਾ ਵੀ ਸਰਕਾਰ ਆਪਣਾ ਹੀ ਜਿਹੜਾ ਆਸ਼ਾ ਉਹ ਪੂਰਾ ਕਰ ਰਹੀ ਆ? ਹਾਂਜੀ, ਧੰਨਵਾਦ ਸੰਘਾ ਸਾਹਿਬ ਬਹੁਤ-ਬਹੁਤ। ਤੇ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਜਿਹੜਾ ਬਜਟ ਦੀ ਗੱਲ ਕੀਤੀ ਜੇ ਠੀਕ ਆ ਜੀ, ਵੀ ਮੈਂ ਸਮਝਦਾ ਕਿ ਇਹ ਸਰਕਾਰ ਲਈ ਡੈਫੀਨੇਟਲੀ ਜਿਹੜਾ ਸਰਪਲਸ ਦਾ ਬਜਟ ਹੈ, ਪਰ ਲੋਕਾਂ ਲਈ ਇਹੋ ਡੈਫੀਸਿਟ ਦਾ ਬਜਟ ਜਿਹੜਾ ਨਜ਼ਰ ਆ ਰਿਹਾ। ਕਿਉਂਕਿ ਜਿਸ ਢੰਗ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਜਿਹੜੀ ਲਿਵਿੰਗ ਕਾਸਟ ਆ ਉਹ ਰਾਈਜ਼ ਕੀਤੀ ਆ, ਸਪੈਸ਼ਲੀ ਜਿਹੜੀਆਂ ਯੂਟਿਲਿਟੀਜ਼ ਦੇ ਜਿਹੜੇ ਬਿੱਲ ਆ, ਪ੍ਰਾਈਸਾਂ ਵਧੀਆਂ ਆ, ਅਤੇ ਗਰੋਸਰੀ ਦੀਆਂ ਪ੍ਰਾਈਸਾਂ ਵਧੀਆਂ ਆ ਉਹਨਾਂ ਦੇ ਮੁਕਾਬਲੇ ਦੇ ਵਿੱਚ। ਅਤੇ ਜਿਸ ਤਰ੍ਹਾਂ ਐਜੂਕੇਸ਼ਨ, ਹਾਇਰ ਐਜੂਕੇਸ਼ਨ, ਉਹਦੇ ਵਿੱਚ ਕੱਟ ਲੱਗੇ ਸੀ। ਹੈਲਥ ਕੇਅਰ ਦੇ ਵਿੱਚ ਜਿਹੜਾ ਹਜੇ ਸਟਾਫਿੰਗ ਸ਼ਾਰਟੇਜ ਦੇ ਇਸ਼ੂ ਨੇ, ਡਾਕਟਰਾਂ ਦੇ ਇਸ਼ੂ ਨੇ, ਬਹੁਤ ਲੰਬੀ ਗੱਲਬਾਤ ਕੀਤੀ ਜਾ ਸਕਦੀ ਆ। ਉਸ ਐਂਗਲ ਦੇ ਉੱਤੋਂ ਉਹਨਾਂ ਨੇ ਕੋਈ ਉਹਦੇ ਵਿੱਚ ਕੋਈ ਗਿਣਨਯੋਗ ਜਿਹੜਾ ਆ, ਜੇ ਕਹੋ ਕਿਸੇ ਢੰਗ ਨਾਲ ਸਪੈਂਡਿੰਗ ਜਾਂ ਕੋਈ ਇਨਵੈਸਟਮੈਂਟ ਜਾਂ ਕੋਈ ਜ਼ਿੰਮੇਵਾਰੀ ਨਿਭਾਈ ਹੋਵੇ, ਉਹ ਦਿਖਾਈ ਕਿਤੇ ਨਹੀਂ ਦਿੱਤੀ ਹੈ। ਇਸ ਕਰਕੇ ਆਪੋਜੀਸ਼ਨ ਦਾ ਵੀ ਇਹ ਨਜ਼ਰੀਆ ਕਿ ਲੋਕਾਂ ਦੇ ਜਿਹੜੇ ਹਾਲਾਤ ਉਹਨਾਂ 'ਚ ਕੋਈ ਰਾਹਤ ਨਹੀਂ ਮਿਲੀ, ਔਰ ਲੋਕਾਂ ਦੇ ਵਿੱਚ ਵੀ ਹੈ। ਈਵਨ ਜਿਹੜੇ ਦੋ ਵੱਡੇ ਸ਼ਹਿਰ ਨੇ ਅਲਬਰਟਾ ਦੇ, ਜਿੱਥੇ ਅਲਬਰਟਾ ਦੀ ਅੱਧੀ ਪਾਪੂਲੇਸ਼ਨ ਵਸਦੀ ਆ, ਉਹ ਐਡਮਿੰਟਨ ਅਤੇ ਕੈਲਗਰੀ, ਉਹਨਾਂ ਨੂੰ ਵੀ ਇਹਦੇ ਤੋਂ ਬਹੁਤ ਜ਼ਿਆਦਾ ਨਿਰਾਸ਼ਾ ਹੋਈ ਆ। ਪਿਛਲੇ ਸਾਲਾਂ ਦੇ ਵਿੱਚ ਹੀ ਉਹਨਾਂ ਦੇ ਜਿਹੜੇ ਮੇਜਰ ਪ੍ਰੋਜੈਕਟ ਸੀਗੇ ਇਨਫਰਾਸਟਰਕਚਰ ਦੇ, ਉਹ ਕੈਲਗਰੀ ਗ੍ਰੀਨ ਲਾਈਨ, ਚਾਹੇ ਉਹ ਐਡਮਿੰਟਨ ਦੀ ਜਿਹੜੀ LRT ਸੀ, ਉਹ ਪ੍ਰੋਜੈਕਟ ਜਿਹੜੇ ਹਾਲਟ ਕਰ ਦਿੱਤੇ ਸੀ ਇਹਨਾਂ ਨੇ। ਜਿਹੜਾ ਸਿਟੀ ਚਾਰਟਰ ਸੀਗਾ ਉਹ ਕੈਂਸਲ ਕਰ ਦਿੱਤਾ ਸੀਗਾ। ਇਸ ਵਾਰ ਵੀ ਉਹਨਾਂ ਨੂੰ ਇੰਨੀ ਜ਼ਿਆਦਾ ਨਿਰਾਸ਼ਾ ਹੋਈ ਆ ਕਿ ਜਿਹੜਾ ਫੈਡਰਲ ਫੰਡਿੰਗ ਆ ਉਹ ਵੀ ਵਿਚਾਰੇ ਯੂਜ਼ ਕਰਨ ਤੋਂ ਅਸਮਰੱਥ ਨੇ, ਕਿਉਂਕਿ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਆ ਉਹ $100 of millions ਦੇ ਹਿਸਾਬ ਨਾਲ ਟੈਕਸ ਤਾਂ ਲੈ ਰਹੀ ਆ, ਪਰ ਉਹਨਾਂ ਨੂੰ ਕੋਈ ਜਿੱਥੇ ਜ਼ਿੰਮੇਵਾਰੀ ਬਣਦੀ ਆ ਉਹਦੇ ਤੋਂ ਪੂਰੀ ਤਰ੍ਹਾਂ ਉਹ ਭੱਜ ਗਈ ਆ। ਇਹ ਦੁਖਦਾਈ ਗੱਲਾਂ। ਹੁਣ ਉਹਦੇ 'ਚ ਵੀ ਸਿਟੀਜ਼ ਦੇ ਸਾਹਮਣੇ ਕੋਈ ਮੇਰਾ ਖਿਆਲ ਦੋ ਹੀ ਹੱਲ ਰਹਿ ਜਾਣੇ, ਜਾਂ ਤਾਂ ਆਪਣੀਆਂ ਸਰਵਿਸਿਜ਼ ਉਹ ਘੱਟ ਕਰਨਗੇ, ਜਾਂ ਜਿਹੜੇ ਵਧੇ ਹੋਏ ਪ੍ਰੋਪਰਟੀ ਟੈਕਸ ਆ ਪਹਿਲਾਂ ਹੀ ਉਹਨਾਂ ਨੂੰ ਹੋਰ ਜਾ ਕੇ ਰੇਜ਼ ਕਰ ਦੇਣਗੇ। ਉਹਨਾਂ ਕੋਲ ਕੋਈ ਸੋਰਸਿਸ ਨਹੀਂ ਹੈ। ਇਸ ਕਰਕੇ ਜੇ ਇਹਨੂੰ ਤੁਸੀਂ ਇਨ ਡੈਪਥ ਜਾ ਕੇ ਥੱਲੇ ਜਿਹੜਾ ਦੇਖਦੇ ਹੋ, ਇਹਦੇ ਲੌਂਗ ਟਰਮ ਪੈਣ ਵਾਲੇ ਪ੍ਰਭਾਵ ਉਹ ਕੋਈ ਵਾਲੇ ਚੰਗੇ ਨਹੀਂ ਹੈ। ਦਿਓਲ ਸਾਹਿਬ, ਇੱਕ ਗੱਲ ਲੋਕਾਂ ਦੇ ਇਹ ਸੀਗੀ ਮਨ ਦੇ ਵਿੱਚ ਵੀ ਜਿਵੇਂ ਗੈਸ ਦੀਆਂ ਕੀਮਤਾਂ ਵੱਧ ਗਈਆਂ, ਲੋਕ ਤਰਾਉਂਦੇ ਫਿਰਦੇ ਨੇ, ਗੱਡੀ ਭਰਾਉਂਦੇ ਤੇ $100 ਦਾ ਗੈਸ ਪੈ ਜਾਂਦਾ। ਜਿਹੜੇ ਘਰਾਂ ਦੇ ਯੂਟਿਲਿਟੀ ਬਿੱਲ ਆਏ ਉਹ ਬਹੁਤ ਵਧੇ ਆ। ਲੋਕਾਂ ਨੂੰ ਲੱਗਦਾ ਸੀ ਵੀ ਸ਼ਾਇਦ ਕੋਈ ਰਾਹਤ ਦੇਣਗੇ। ਉਹ ਇਸ ਬਜਟ ਵਿੱਚ ਕੋਈ ਉਸ ਤਰ੍ਹਾਂ ਦੀ ਗੱਲ ਕੀਤੀ ਜੀ ਕਿ ਗਾਂ ਆਉਣ ਵਾਲੇ ਭਵਿੱਖ 'ਚ ਹੋਵੇਗਾ ਉੱਦਾਂ ਦਾ ਕੋਈ ਕੰਮ? ਦੇਖੋ ਜੀ, ਮੈਂ ਜਿਵੇਂ ਕਿਹਾ ਹੀ ਆ ਵੀ ਉਹ ਜਿਹੜਾ ਆਇਲ ਪ੍ਰਾਈਸਾਂ ਵਧੀਆਂ ਆ, ਉਹ ਸਰਕਾਰ ਲਈ ਸਰਪਲਸ ਹੈ, ਪਰ ਲੋਕਾਂ ਲਈ ਪੇ ਨੈਟ ਦੀ ਪੰਪ ਜੋ ਤੁਸੀਂ ਭਰਾਉਂਦੇ ਹੋ ਫਿਰ ਹੀ ਪਤਾ ਲੱਗਦਾ ਕਿਹੜੇ ਭਾਅ ਵਿਕਦੀ ਆ। ਅਤੇ ਬਹੁਤੇ ਲੋਕ ਤਾਂ ਸਮਰੱਥ ਨੇ ਕਿ ਉਹ
ਆਪਣਾ ਜਿਹੜਾ ਟਰੱਕ ਆ ਜਾਂ ਕੋਈ ਜਿਹੜਾ SUV ਆ ਉਹਦੇ ਵਿੱਚ ਇੱਕੋ ਵਾਰੀ ਉਹ ਗੈਸ ਦਾ ਟੈਂਕ ਵੀ ਭਰਾ ਲੈਣ। ਤੇ ਕੋਈ ਜਿਹੜਾ ਰਾਹਤ ਦਾ ਆ ਲੋਕਾਂ ਨੂੰ ਫੌਰੀ ਰਾਹਤ ਜਿਹੜੀ ਮਿਲਣੀ ਚਾਹੀਦੀ ਸੀ, ਉਹਦੇ ਵਿੱਚ ਕੋਈ ਰਾਹਤ ਜਿਹੜੀ ਆ ਉਹਨਾਂ ਨੇ ਨਹੀਂ ਪੇਸ਼ ਕੀਤੀ ਹੈ। ਭਵਿੱਖ ਦੇ ਤੌਰ ਦੇ ਉੱਤੇ ਕੋਈ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜਾ ਨਵਾਂ 22-23 ਦਾ ਵਰ੍ਹਾ ਆ ਉਹਨੂੰ ਮੰਨ ਕੇ ਉਹਨਾਂ ਨੇ ਕਿਹਾ ਵੀ ਜੇ 6.5 ਜਾਂ 7 ਗੀਗਾ ਜੂਲ ਜਿਹੜੀ ਆ ਉਹ ਗੈਸ ਦੀ ਪ੍ਰਾਈਸ ਹੁੰਦੀ ਆ ਤੇ ਉਹ ਜਿਹੜੀ એનર્ਜੀ ਦੀ ਪ੍ਰਾਈਸ ਹੁੰਦੀ ਆ ਤੇ ਫਿਰ ਜਿਹੜੀ ਆ ਉਹ ਰਾਹਤ ਕਿੱਕ ਇਨ ਕਰੂਗੀ। ਉਹ ਭਵਿੱਖ ਦੀਆਂ ਗੱਲਾਂ ਆ ਤੇ ਕਹਿਣ ਦਾ ਮਤਲਬ ਇਹ ਹੈ ਵੀ ਜੇ ਡਬਲ ਰੇਟ ਹੋ ਜਾਣਗੇ ਫਿਰ ਉਸ ਵੇਲੇ ਦੇਖਿਆ ਜਾਊਗਾ ਕਿ ਉਹ ਕਿਸ ਢੰਗ ਦੇ ਨਾਲ ਉਹ ਵੀ ਕਿ ਪ੍ਰਾਈਵੇਟ ਲੋਕਾਂ ਨੂੰ ਜਾਣੀ ਆ, ਕਾਰਪੋਰੇਟਸ ਨੂੰ ਜਾਣੀ ਆ ਜਾਂ ਉਹ ਲੋਕਾਂ ਦੇ ਹੱਥਾਂ 'ਚ ਜਾਣੀ ਆ, ਉਹਦਾ ਕੋਈ ਫਰੇਮਵਰਕ ਵੀ ਸਾਹਮਣੇ ਨਹੀਂ ਹੈ। ਉਹ ਆਉਣ ਵਾਲੇ ਸਮੇਂ ਦੀਆਂ ਗੱਲਾਂ। ਬਹੁਤ ਬਹੁਤ ਧੰਨਵਾਦ ਜਨਾਬ, ਤੁਸੀਂ ਆਪਣੇ ਪੁਆਇੰਟ ਆਫ ਵਿਊ ਸ਼ੇਅਰ ਕੀਤਾ ਚੈਨਲ ਪੰਜਾਬੀ ਦੇ ਦਰਸ਼ਕਾਂ ਦੇ ਨਾਲ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਮੌਕੇ ਦੇ ਲਈ। ਥੈਂਕ ਯੂ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।